ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਰਾਮਾਨੰਦ ਜੀ। ਭਗਤ ਰਾਮਾਨੰਦ ਜੀ ਨੇ ਪਰਿਪੂਰਨ ਸਮਰੱਥ ਪਰਮੇਸ਼ਰ ਪ੍ਰਭੂ ਦੀ ਪ੍ਰੇਮਾ ਭਗਤੀ ਕਰਕੇ ਸਰਬ ਵਿਆਪਕ ਪ੍ਰਭੂ ਦੀ ਲਖਤਾ ਪ੍ਰਾਪਤ ਕਰ ਲਈ ਸੀ। ਜਿਵੇਂ ਕਿ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਸੰਤ ਰਾਗ ਦੇ ਇਸ ਸ਼ਬਦ ਤੋਂ ਸਪਸ਼ਟ ਹੁੰਦਾ ਹੈ। ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1195 ਉੱਪਰ ਅੰਕਿਤ ਹੈ। ਭਗਤ ਰਾਮਾਨੰਦ ਜੀ ਪਰਮੇਸ਼ਰ ਦੀ ਸਰਬ ਵਿਆਪਕਤਾ ਬਾਰੇ ਪ੍ਰਮਾਣ ਕਰਦੇ ਨੇ ਕਿ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲੈ ਮਨ ਭਇਓ ਪੰਗ ਰਹਾਓ। ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ। ਜਹ ਜਾਈਏ ਤਹ ਜਲ ਪਖਾਨ, ਤੂੰ ਪੂਰ ਰਹਿਓ ਹੈ ਸਭ ਸਮਾਨ। ਵੇਦ ਪੁਰਾਨ ਸਭ ਦੇਖੇ ਜੋਏ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਆਪ ਜੀ ਦੇ ਇਸ ਸ਼ਬਦ ਦਾ ਸਾਰ ਅੰਸ਼ ਇਸ ਤਰ੍ਹਾਂ ਹੈ ਕਿ ਹੇ ਭਾਈ, ਮੈਂ ਹੁਣ ਬਾਹਰ ਕਿੱਥੇ ਜਾਵਾਂ, ਕਿਉਂਕਿ ਪ੍ਰਭੂ ਮਾਲਕ ਨੇ ਮੇਰੇ ਹਿਰਦੇ ਰੂਪੀ ਘਰ ਵਿੱਚ ਹੀ ਰੰਗ ਲਾ ਦਿੱਤਾ ਹੈ। ਪ੍ਰਭੂ ਦੀ ਮਿਹਰ ਨਾਲ ਮੇਰੇ ਸਾਰੇ ਫੁਰਨੇ ਖਤਮ ਹੋ ਗਏ ਹਨ। ਹੁਣ ਮੇਰਾ ਮਨ ਬਾਹਰ ਨੱਸਣ ਭੱਜਣ ਤੋਂ ਰਹਿ ਹੋ ਗਿਆ ਹੈ। ਭਾਵ ਕਿ ਮੇਰਾ ਮਨ ਪਿੰਗਲਾ ਬਣ ਗਿਆ ਹੈ, ਇਹ ਭੱਜਣ ਦੌੜਨ ਤੋਂ ਅਸਮਰੱਥ ਹੋ ਗਿਆ ਹੈ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭਇਓ ਪੰਗ। ਅਤੇ ਅਗਾਂਹ ਬਚਨ ਕਰਦੇ ਨੇ ਕਿ ਇਸ ਅਵਸਥਾ ਤੋਂ ਪਹਿਲਾਂ ਇੱਕ ਦਿਨ ਮੇਰੇ ਮਨ ਵਿੱਚ ਉਮੰਗ ਪੈਦਾ ਹੋਈ ਕਿ ਚਲੋ ਠਾਕਰ ਦੁਆਰੇ ਜਾ ਕੇ ਪ੍ਰਭੂ ਜੀ ਦੀ ਪੂਜਾ ਹੀ ਕਰਾਈਏ। ਮੈਂ ਪੂਜਾ ਦਾ ਸਮਾਨ, ਚੰਦਨ, ਅਤਰ ਇਤਆਦਿਕ ਸਮੱਗਰੀ ਇਕੱਤਰ ਕੀਤੀ। ਸਾਰੀ ਪੂਜਾ ਸਮੱਗਰੀ ਇਕੱਤਰ ਕਰਨ ਉਪਰੰਤ ਮੇਰੇ ਮਾਲਕ ਨੇ ਮੇਰੇ ਅੰਦਰ ਇੰਨੀ ਤਬਦੀਲੀ ਲਿਆ ਦਿੱਤੀ ਕਿ ਮੇਰੇ ਅੰਦਰੋਂ ਹੀ ਆਵਾਜ਼ ਆਈ ਕਿ ਕੀ ਪ੍ਰਮਾਤਮਾ ਸਿਰਫ ਠਾਕਰ ਦੁਆਰਾ ਹੀ ਵਸਦਾ ਹੈ। ਅਤੇ ਨਾਲ ਹੀ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਪ੍ਰਭੂ ਵਸਦਾ ਦਿਖਾ ਦਿੱਤਾ। ਹੁਣ ਮੈਂ ਜਿੱਥੇ ਵੀ ਜਾਂਦਾ ਹਾਂ, ਠਾਕਰ ਦੁਆਰੇ ਉੱਤੇ, ਤੀਰਥਾਂ ਉੱਪਰ, ਉੱਥੇ ਮੈਨੂੰ ਪਾਣੀ ਜਾਂ ਪੱਥਰ ਹੀ ਦਿਸਦੇ ਹਨ, ਕਿਉਂਕਿ ਪ੍ਰਭੂ ਤਾਂ ਸਾਰੀਆਂ ਥਾਵਾਂ ਤੇ ਪਰਿਪੂਰਨ ਹੋ ਕੇ ਰਮਿਆ ਹੋਇਆ ਹੈ। ਉਸ ਦੀ ਪੂਜਾ ਕਰਨ ਦੀ ਥਾਂ ਕੋਈ ਵਿਸ਼ੇਸ਼ ਥਾਂ ਜਾਂ ਮੂਰਤੀ ਨਹੀਂ। ਮੈਂ ਸਾਰੇ ਧਰਮ ਗ੍ਰੰਥ ਖੋਜ ਕੇ ਵੇਖ ਲਏ ਨੇ। ਮੰਦਰਾਂ ਵਿੱਚ ਤਦ ਜਾਵਾਂ ਜੇ ਪ੍ਰਭੂ ਇੱਥੇ ਨਾ ਹੋਵੇ। ਪ੍ਰਭੂ ਤਾਂ ਸਰਬ ਵਿਆਪਕ ਹੈ। ਹੇ ਸਤਿਗੁਰੂ, ਮੈਂ ਆਪ ਤੋਂ ਕੁਰਬਾਨ, ਬਲਿਹਾਰ, ਵਾਰਨੇ ਫੇਰਨੇ ਜਾਂਦਾ ਹਾਂ। ਤੁਸੀਂ ਮੇਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਮੈਂ ਰਾਮਾਨੰਦ ਉਸ ਪ੍ਰਭੂ ਮਾਲਕ ਦਾ ਨਾਮ ਜਪਦਾ ਹਾਂ, ਜਿਸ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਸ੍ਰੀ ਰਾਮਾਨੰਦ ਜੀ ਦਾ ਸੰਖੇਪ ਜੀਵਨ ਬਿਉਰਾ ਇਸ ਪ੍ਰਕਾਰ ਮਿਲਦਾ ਹੈ। ਆਪ ਜੀ ਦਾ ਨਾਮ ਸ੍ਰੀ ਰਾਮਦੱਤ ਜੀ ਸੀ, ਪਰ ਪ੍ਰਚਲਿਤ ਨਾਮ ਸ੍ਰੀ ਰਾਮਾਨੰਦ ਜੀ ਹੋਇਆ। ਪਿਤਾ ਜੀ ਦਾ ਨਾਮ ਸ੍ਰੀ ਭੂਰਕਰਮਾ ਜੀ, ਮਾਤਾ ਜੀ ਦਾ ਨਾਮ ਸ੍ਰੀਮਤੀ ਸੁਸ਼ੀਲ ਜੀ। ਆਪ ਜੀ ਦਾ ਜਨਮ 1366 ਈਸਵੀ ਨੂੰ ਕਾਂਚੀ, ਉੱਤਰ ਪ੍ਰਦੇਸ਼ ਵਿੱਚ ਹੋਇਆ। ਕਈ ਖੋਜੀ ਜਨਮ ਸਥਾਨ ਅਲਾਹਾਬਾਦ ਵਿੱਚ ਪ੍ਰਯਾਗ ਦੱਸਦੇ ਹਨ। ਸ੍ਰੀ ਰਾਘਵਾਨੰਦ ਜੀ ਪਾਸੋਂ ਇਹਨਾਂ ਨੇ ਗੁਰੂ ਦੀਖਿਆ ਪ੍ਰਾਪਤ ਕੀਤੀ। ਸੁਪਤਨੀ ਅਤੇ ਸੰਤਾਨ ਦਾ ਵੇਰਵਾ ਬਹੁਤਾ ਉਪਲਬਧ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਸੰਤ ਰਾਗ ਵਿੱਚ ਆਪ ਜੀ ਦਾ ਇੱਕ ਸ਼ਬਦ 1195 ਪੰਨੇ ਉੱਪਰ ਦਰਜ ਹੈ। ਇਸ ਤੋਂ ਇਲਾਵਾ ਆਪ ਜੀ ਦੀਆਂ ਰਚਨਾਵਾਂ ਸ਼੍ਰੀ ਰਾਮਾਚਰਨ ਪਦਤੀ, ਸ਼੍ਰੀ ਵੈਸ਼ਨਵ ਮਤਾਂਬੁਜ ਭਾਸਗਰ ਇਤਆਦਿਕ ਗ੍ਰੰਥ ਮਿਲਦੇ ਹਨ। ਆਪ ਜੀ ਦੇ ਪ੍ਰਮੁੱਖ ਸ਼ਿਸ਼ਾਂ ਵਿੱਚੋਂ ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਬਾਬਾ ਪੀਪਾ ਜੀ, ਬਾਬਾ ਸੈਣ ਜੀ ਇਤਆਦਿਕ ਹੋਏ ਹਨ। 101 ਸਾਲ ਦੀ ਉਮਰ ਭੋਗ ਕੇ ਆਪ ਜੀ 1467 ਈਸਵੀ ਨੂੰ ਪੰਜਾਂਗ ਘਾਟ ਕਾਂਚੀ ਵਿਖੇ ਪਰਲੋਕ ਗਮਨ ਕਰ ਗਏ। ਸੁਆਮੀ ਰਾਮਾਨੰਦ ਜੀ ਦਾ ਜਨਮ, ਜਿਵੇਂ ਆਪਾਂ ਉੱਪਰ ਵਾਚਿਆ ਹੈ ਕਿ ਅਲਾਹਾਬਾਦ ਪ੍ਰਯਾਗ ਵਿੱਚ ਹੋਇਆ। ਕੁਝ ਖੋਜੀ ਕਾਂਚੀ, ਉੱਤਰ ਪ੍ਰਦੇਸ਼ ਦਾ ਦੱਸਦੇ ਨੇ। ਆਪ ਜੀ ਦਾ ਨਾਮ ਰਾਮਦੱਤ ਰੱਖਿਆ ਗਿਆ। 5 ਵਰ੍ਹਿਆਂ ਦੇ ਜਦੋਂ ਆਪ ਜੀ ਹੋਏ ਤਾਂ ਆਪ ਦੇ ਮਾਤਾ ਪਿਤਾ ਨੇ ਉਚੇਰੀ ਵਿਦਿਆ ਵਾਸਤੇ ਕਾਂਚੀ ਵਿਖੇ ਹੀ ਕਿਸੇ ਮਹਾਤਮਾ ਪਾਸ ਭੇਜ ਦਿੱਤਾ।
ਆਪ ਜੀ ਨੇ 12-13 ਸਾਲ ਦੀ ਉਮਰ ਵਿੱਚ ਹੀ ਪਿੰਗਲ ਕਵਿਤਾ ਲਿਖਣ ਦੇ ਨਿਯਮ, ਇਲਮੇ ਅਰੂਜ਼, ਵਿਆਕਰਣ, ਸ਼ਾਸਤਰਾਂ, ਪੁਰਾਣਾਂ ਅਤੇ ਅਨੇਕ ਹੋਰ ਸੰਸਕ੍ਰਿਤ ਗ੍ਰੰਥਾਂ ਦਾ ਅਧਿਐਨ ਕਰ ਲਿਆ। ਬੁੱਧੀ ਬਹੁਤ ਤੀਖਣ ਸੀ। ਛੋਟੀ ਉਮਰ ਵਿੱਚ ਹੀ ਆਪ ਨੇ ਬਹੁਤ ਸਾਰਾ ਗਿਆਨ ਪ੍ਰਾਪਤ ਕਰ ਲਿਆ। ਇੱਕ ਦਿਨ ਆਪ ਦੇ ਵਿਦਿਆ ਗੁਰੂ ਉਹਨਾਂ ਦੇ ਨਾਲ ਆਪ ਬਾਗ ਵਿੱਚ ਸੈਰ ਕਰ ਰਹੇ ਸਨ ਕਿ ਆਪ ਜੀ ਨੂੰ ਮਹਾਤਮਾ ਰਾਘਵਾਨੰਦ ਜੀ ਦੇ ਦਰਸ਼ਨ ਹੋਏ। ਰਾਘਵਾਨੰਦ ਜੀ ਨੇ ਬਾਲਕ ਰਾਮਦੱਤ ਵੱਲ ਬਹੁਤ ਧਿਆਨ ਨਾਲ ਵੇਖਿਆ ਅਤੇ ਕਾਫੀ ਸਮਾਂ ਆਪੋ ਵਿੱਚ ਵਾਰਤਾਲਾਪ ਹੁੰਦੀ ਰਹੀ। ਅੰਤ ਰਾਘਵਾਨੰਦ ਜੀ ਨੇ ਯੋਗਾ ਅਭਿਆਸ ਦੀ ਤਾਕਤ ਨਾਲ ਬਾਲਕ ਜੀ ਨੂੰ ਦੱਸਿਆ ਕਿ ਰਾਮਾਦੱਤ ਦੀ ਆਪ ਦੀ ਉਮਰ ਬਹੁਤ ਥੋੜੀ ਹੈ, ਸੋ ਤੁਸੀਂ ਪ੍ਰਭੂ ਜੀ ਦਾ ਸਿਮਰਨ ਕਰੋ। ਸਿੱਖਿਆ ਦਾਤਾ ਗੁਰੂ ਜੀ ਨੂੰ ਨਾਲ ਲੈ ਕੇ ਰਾਮਦੱਤ ਜੀ ਰਾਘਵਾਨੰਦ ਦੇ ਆਸ਼ਰਮ ਪੁੱਜ ਗਏ ਅਤੇ ਸਿੱਖਿਆ ਗੁਰੂ ਨੇ ਰਾਘਵਾਨੰਦ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰੋ, ਕਿਸੇ ਢੰਗ ਨਾਲ ਇਸ ਬਾਲਕ ਰਾਮਦੱਤ ਦੀ ਉਮਰ ਵਧਾ ਦਿਓ, ਕਿਉਂਕਿ ਇਹ ਬਾਲਕ ਬਹੁਤ ਤੀਖਣ ਬੁੱਧੀ ਦਾ ਮਾਲਕ ਹੈ, ਬੜਾ ਗਿਆਨਵਾਨ ਹੈ ਅਤੇ ਲੋਕਾਈ ਦੀ ਸੇਵਾ ਕਰ ਸਕਦਾ ਹੈ। ਤਦ ਰਾਮਦੱਤ ਰਾਘਵਾਨੰਦ ਜੀ ਪਾਸ ਟੇਕਿਆ ਅਤੇ ਯੋਗਾ ਅਭਿਆਸ ਦੁਆਰਾ ਪ੍ਰਾਣ 10ਵੇਂ ਦੁਆਰ ਚੜਾਉਣ ਦਾ ਢੰਗ ਸਿੱਖ ਲਿਆ। ਇਸ ਢੰਗ ਨਾਲ ਆਪ ਦੀ ਉਮਰ ਵੀ ਵੱਧ ਗਈ ਅਤੇ ਸਰੀਰ ਵੀ ਸੁੰਦਰ, ਸੁਡੌਲ ਅਤੇ ਅਰੋਗ ਹੋ ਗਿਆ। ਮਨ ਵਿੱਚ ਵੀ ਟਿਕਾਓ ਆ ਗਿਆ। ਰਾਘਵਾਨੰਦ ਜੀ ਨੂੰ ਰਾਮਾਦੱਤ ਜੀ ਨੇ ਗੁਰੂ ਧਾਰਨ ਕਰ ਲਿਆ ਅਤੇ ਉਹਨਾਂ ਨੇ ਇਹਨਾਂ ਦਾ ਨਾਮ ਰਾਮਾਦੱਤ ਤੋਂ ਬਦਲ ਕੇ ਰਾਮਾਨੰਦ ਰੱਖ ਦਿੱਤਾ। ਆਪਣੇ ਗੁਰੂ ਜੀ ਤੋਂ ਆਗਿਆ ਲੈ ਕੇ ਆਪ ਤੀਰਥ ਯਾਤਰਾ ਵਾਸਤੇ ਟੁਰ ਪਏ। ਪਹਿਲਾਂ ਬਦਰਕਾ ਆਸ਼ਰਮ ਬਦਰੀ ਨਾਰਾਇਣ ਪੁੱਜੇ। ਉੱਥੇ ਕੁਝ ਸਮਾਂ ਠਹਿਰਨ ਪਿੱਛੋਂ ਵਾਪਸ ਕਾਂਚੀ ਆ ਗਏ। ਉਨੀ ਦਿਨੀ ਕਾਂਚੀ ਹਿੰਦੂ ਧਰਮ ਦਾ ਗੜ੍ਹ ਸੀ ਅਤੇ ਮੁਸਲਮਾਨ ਮਤ ਭਾਰਤ ਵਿੱਚ ਨਵਾਂ ਪ੍ਰਵੇਸ਼ ਕੀਤਾ ਸੀ। ਸੂਫੀ ਫਕੀਰ ਵੀ ਕਾਂਚੀ ਵਿੱਚ ਪੁੱਜ ਕੇ ਹਿੰਦੂ ਪੰਡਤਾਂ ਨਾਲ ਆਪਣੇ ਮਤਾਂ ਦੀ ਵਿਚਾਰ ਕਰਦੇ ਸਨ। ਆਪ ਜੀ ਦਾ ਮੇਲ ਹਰ ਮਤ ਦੇ ਸਾਧੂਆਂ ਨਾਲ ਹੋਇਆ। ਆਪ ਦੇ ਵਿਚਾਰਾਂ ਵਿੱਚ ਕਾਫੀ ਤਬਦੀਲੀ ਆਈ। ਇਹਨਾਂ ਨੇ ਕੱਟੜਪੁਣਾ ਤਿਆਗ ਦਿੱਤਾ ਅਤੇ ਸਭ ਜਾਤਾਂ ਦੇ ਲੋਕਾਂ ਨੂੰ ਗੁਰੂ ਦੀ ਸਿੱਖਿਆ, ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਉਪਦੇਸ਼ ਦੇਣਾ ਆਰੰਭ ਕਰ ਦਿੱਤਾ। ਵੈਸ਼ਨਵ ਮਤ ਦੇ ਕੱਟੜਪੰਥੀਆਂ ਨੇ ਆਪ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਆਖਿਆ ਕਿ ਸਭ ਭਗਤਾਂ ਦਾ ਗੋਤਰ ਇੱਕ ਹੈ। ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਵੀ ਆਗਿਆ ਇਹਨਾਂ ਨੇ ਦੇ ਦਿੱਤੀ। ਰਾਮਾਨੁਜ ਜੀ ਦੀ ਥਾਂ ਆਪ ਚੌਥੇ ਮਹੰਤ ਬਣੇ। ਪਹਿਲਾਂ ਤੋਂ ਟੁਰੀ ਆ ਰਹੀ ਰਹੁ ਰੀਤ ਅਨੁਸਾਰ ਸੁੱਚ ਭੇਟ ਦਾ ਬਹੁਤ ਪ੍ਰਚਾਰ ਸੀ। ਇੱਥੋਂ ਤੱਕ ਕਿ ਮੂਰਤੀ ਨੂੰ ਭੋਗ ਲਵਾਉਣ ਵੇਲੇ ਵੀ ਮੂਰਤੀ ਅਤੇ ਭੋਗ ਲਵਾਉਣੇ ਵਾਲੇ ਦੇ ਵਿਚਕਾਰ ਪਰਦਾ ਤਾਣ ਲਿਆ ਜਾਂਦਾ ਸੀ। ਭੋਜਨ ਤਿਆਰ ਕਰਦੇ ਸਮੇਂ ਜੇਕਰ ਦੂਸਰੇ ਪੁਰਸ਼ ਦੀ ਨਿਗਾਹ ਵੀ ਪੈ ਜਾਵੇ ਤਾਂ ਭੋਜਨ ਨੂੰ ਅਪਵਿੱਤਰ ਸਮਝਿਆ ਜਾਂਦਾ ਸੀ। ਆਸ਼ਰਮ ਵਿੱਚ ਖਲਬਲੀ ਮਚ ਗਈ ਜਦੋਂ ਰਾਮਾਨੰਦ ਜੀ ਦਾ ਵੱਖਰਾ ਹੀ ਵਤੀਰਾ ਵੇਖਿਆ। ਬਾਕੀ ਚੇਲੇ ਚਾਟੜੇ ਰਾਮਾਨੰਦ ਜੀ ਨੂੰ ਅਲੱਗ ਕਰਨਾ ਚਾਹੁੰਦੇ ਸਨ, ਪਰ ਰਾਘਵਾਨੰਦ ਜੀ ਨੇ ਆਗਿਆ ਨਾ ਦਿੱਤੀ। ਸਗੋਂ ਉਹ ਆਪ ਹੀ ਰਾਮਾਨੰਦ ਜੀ ਦੇ ਵਿਚਾਰਾਂ ਨਾਲ ਸਹਿਮਤ ਹੋ ਗਏ ਅਤੇ ਉਹਨਾਂ ਸਭਨਾਂ ਨੂੰ ਬਰਾਬਰ ਸਮਝ ਕੇ ਅਲੱਗ ਸੰਪਰਦਾਇ ਚਲਾਉਣ ਦੀ ਆਗਿਆ ਦੇ ਦਿੱਤੀ। ਆਪਣੇ ਗੁਰੂ ਦੀ ਆਗਿਆ ਪ੍ਰਾਪਤ ਕਰਕੇ ਪੰਚ ਗੰਗਾ ਅਸਥਾਨ ਜੋ ਕਾਂਚੀ ਵਿੱਚ ਹੈ, ਭਗਤ ਰਾਮਾਨੰਦ ਜੀ ਨੇ ਆਪਣੀ ਵੱਖਰੀ ਸੰਪਰਦਾਇ ਚਲਾਈ, ਜਿਸ ਨੂੰ ਰਾਮਾਨੰਦੀ, ਰਾਮਵਤ ਜਾਂ ਵੈਰਾਗੀ ਕਹਿੰਦੇ ਹਨ। ਆਪ ਜੀ ਨੇ ਜਾਤ ਪਾਤ ਦੇ ਭਿੰਨ ਭੇਦ ਤਿਆਗ ਕੇ ਸੰਗਤ ਪੰਗਤ ਦੀ ਸਾਂਝ ਪੈਦਾ ਕੀਤੀ। ਉਹਨਾਂ ਦੇ ਵਿਚਾਰ ਸਨ ਕਿ ਨੀਚ ਜਾਤ ਦਾ ਆਦਮੀ ਜੇਕਰ ਭਗਤੀ ਕਰੇ ਤਾਂ ਉਹ ਨਿਰੇ ਕਰਮਕਾਂਡੀ ਬ੍ਰਾਹਮਣ ਨਾਲੋਂ ਕਿਤੇ ਚੰਗਾ ਹੈ। ਵੈਰਾਗੀ ਸੀਤਾਰਾਮ ਦਾ ਜਾਪ ਕਰਦੇ ਅਤੇ ਤੁਲਸੀ ਦੀ ਕੰਠੀ ਪਾਉਂਦੇ, ਸਰੀਰ ਤੇ 12 ਤਿਲਕ ਕਰਦੇ। ਇਹਨਾਂ ਵਿੱਚ ਗ੍ਰਸਤੀ ਅਤੇ ਤਿਆਗੀ ਦੋਵੇਂ ਕਿਸਮ ਦੇ ਸਾਧੂ ਸਨ। ਇਹ ਅਯੁੱਧਿਆ ਨੂੰ ਆਪਣਾ ਖਾਸ ਤੀਰਥ ਮੰਨਦੇ ਸਨ। ਰਾਮਾਨੰਦ ਜੀ ਨੇ ਸਾਂਖ ਸ਼ਾਸਤਰ ਦੇ ਕਰਤਾ ਕਪਲ ਮੁਨੀ ਦਾ ਅਸਥਾਨ ਵੀ ਪ੍ਰਗਟ ਕੀਤਾ। ਗੁਸਾਈ ਤੁਲਸੀਦਾਸ ਵੀ ਆਪ ਦੀ ਸੰਪਰਦਾਇ ਵਿੱਚੋਂ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਭਗਤਾਂ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਿਹਰ ਕਰਕੇ ਦਰਜ ਕੀਤੀ, ਉਹਨਾਂ ਵਿੱਚ ਜਿੱਥੇ ਕਬੀਰ ਜੀ, ਪੀਪਾ ਜੀ, ਸੈਣ ਜੀ ਅਤੇ ਧੰਨਾ ਜੀ ਆਦਿ ਸ਼ਾਮਲ ਹੋਏ, ਇਹ ਸਾਰਿਆਂ ਨੇ ਰਾਮਾਨੰਦ ਜੀ ਪਾਸੋਂ ਪ੍ਰੇਮਾ ਭਗਤੀ ਦਾ ਉਪਦੇਸ਼ ਗ੍ਰਹਿਣ ਕੀਤਾ ਸੀ। ਸਮੁੱਚੀ ਭਗਤ ਬਾਣੀ ਵਿੱਚ ਇਹਨਾਂ ਭਗਤਾਂ ਦੀ ਬਾਣੀ ਦੀ ਪ੍ਰਧਾਨਤਾ ਹੈ। ਰਾਮਾਨੰਦ ਜੀ ਪਹਿਲਾਂ ਮੂਰਤੀ ਪੂਜਕ ਸਨ, ਪਰ ਪਿੱਛੋਂ ਨਿਰਗੁਣ ਪ੍ਰਭੂ ਜੀ ਦੇ ਉਪਾਸਕ ਬਣ ਗਏ। ਜਿਵੇਂ ਕਿ ਆਪ ਜੀ ਦੀ ਬਾਣੀ ਤੋਂ ਵੀ ਸਪਸ਼ਟ ਹੁੰਦਾ ਹੈ, ਜੋ ਸ਼ਬਦ ਆਪਾਂ ਇਸ ਸਾਖੀ ਦੇ ਆਰੰਭ ਵਿੱਚ ਵਾਚਿਆ ਹੈ ਕਿ ਕਤ ਜਾਈਏ ਰੇ ਘਰ ਲਾਗੂ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ।
ਸੋ ਇਸ ਕਰਕੇ हे ਮੇਰੀ ਆਤਮਾ, ਤੂੰ ਵੀ ਰਾਮਾਨੰਦ ਜੀ ਦੇ ਪਵਿੱਤਰ ਜੀਵਨ ਤੋਂ ਪ੍ਰੇਰਣਾ ਲੈ, ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰ, ਤਾਂ ਜੋ ਤੇਰਾ ਵੀ ਜੀਵਨ ਸਫਲਾ ਹੋ ਸਕੇ।